ਭਗਤ ਫਰੀਦ ਸਾਹਿਬ ਜੀ ਨੇ ਬਹੁਤ ਸਮਾਂ ਕਰੜੀ ਘਾਲਣਾ ਤੇ ਤਪੱਸਿਆ ਕੀਤੀ ਹੈ। ਇੱਕ ਸਮੇਂ ਤਪ ਕਰਕੇ ਰਸਤੇ ਵਿੱਚ ਤੁਰੇ ਜਾ ਰਹੇ ਸਨ। ਉਸ ਵੇਲੇ ਚਿੜੀਆਂ ਬਹੁਤ ਸ਼ੋਰ ਕਰ ਰਹੀਆਂ ਸਨ। ਭਗਤ ਫਰੀਦ ਜੀ ਨੇ ਕਿਹਾ ਕਿ ਮਰ ਜਾਓ ਚਿੜੀਓ। ਉਹ ਸਭ ਚਿੜੀਆਂ ਉਸੇ ਵੇਲੇ ਹੀ ਸੁੰਨ ਹੋ ਗਈਆਂ। ਫਿਰ ਚਿੜੀਆਂ ਮਰੀਆਂ ਵੇਖ ਕੇ ਭਗਤ ਜੀ ਨੂੰ ਤਰਸ ਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਭ ਚਿੜੀਆਂ ਜਿਉਂਦੀਆਂ ਹੋ ਜਾਓ। ਜਦੋਂ ਭਗਤ ਫਰੀਦ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਤਾਂ ਉਹ ਚਿੜੀਆਂ ਉਸੇ ਵੇਲੇ ਜਿਉਂਦੀਆਂ ਹੋ ਗਈਆਂ। ਭਗਤ ਫਰੀਦ ਜੀ ਬਹੁਤ ਖੁਸ਼ ਹੋਏ ਅਤੇ ਉਹਨਾਂ ਦੇ ਮਨ ਵਿੱਚ ਸੂਖਮ ਜਿਹਾ ਹੰਕਾਰ ਫੁਰਿਆ ਕਿ ਤਪ ਕਰਕੇ ਬਹੁਤ ਸ਼ਕਤੀ ਆ ਗਈ ਹੈ। ਇਉਂ ਤੁਰਦੇ ਤੁਰਦੇ ਅੱਗੇ ਚਲੇ ਗਏ ਤਾਂ ਉੱਥੇ ਇੱਕ ਖੂਹ ਲੱਗਾ ਹੋਇਆ ਦੇਖਿਆ, ਜਿੱਥੇ ਇੱਕ ਬੀਬੀ ਪਾਣੀ ਦੇ ਘੜੇ ਭਰ ਕੇ ਡੋਲੀ ਜਾ ਰਹੀ ਸੀ। ਭਗਤ ਫਰੀਦ ਜੀ ਨੇ ਉਸ ਬੀਬੀ ਕੋਲੋਂ ਪੀਣ ਲਈ ਪਾਣੀ ਮੰਗਿਆ, ਪਰ ਉਹ ਬੀਬੀ ਉਵੇਂ ਹੀ ਪਾਣੀ ਡੋਲੀ ਗਈ ਤੇ ਫਰੀਦ ਜੀ ਵੱਲ ਧਿਆਨ ਨਾ ਦਿੱਤਾ। ਭਗਤ ਫਰੀਦ ਜੀ ਨੇ ਉਸ ਨੂੰ ਗੁੱਸੇ ਵਿੱਚ ਆ ਕੇ ਕਿਹਾ ਕਿ ਅਸੀਂ ਤੈਨੂੰ ਸ਼ਰਾਪ ਦੇ ਦਿਆਂਗੇ। ਤਾਂ ਅੱਗੋਂ ਉਸ ਬੀਬੀ ਨੇ ਕਿਹਾ ਕਿ ਭਗਤ ਜੀ, ਇੱਥੇ ਚਿੜੀਓ ਮਰ ਜਾਓ, ਚਿੜੀਓ ਜਿਉਂਦਿਆਂ ਹੋ ਜਾਓ, ਇਹ ਵਾਲੀ ਗੱਲ ਨਹੀਂ ਚੱਲਣੀ। ਭਗਤ ਜੀ ਬਹੁਤ ਹੈਰਾਨ ਹੋਏ ਅਤੇ ਪੁੱਛਿਆ ਕਿ ਬੀਬੀ, ਤੇਰੇ ਵਿੱਚ ਇਤਨੀ ਸ਼ਕਤੀ ਕਿਵੇਂ ਆ ਗਈ ਕਿ ਤੂੰ ਸਭ ਕੁਝ ਜਾਣਦੀ ਹੈ? ਉਸ ਬੀਬੀ ਨੇ ਕਿਹਾ ਕਿ ਭਗਤ ਜੀ, ਮੈਂ ਆਪਣੇ ਪਤੀਬ੍ਰਤਾ ਧਰਮ ਵਿੱਚ ਪਰਪੱਕ ਹਾਂ, ਜਿਸ ਕਰਕੇ ਇਤਨੀ ਤਾਕਤ ਮੇਰੇ ਵਿੱਚ ਸਹਿਜੇ ਹੀ ਆ ਗਈ ਹੈ। ਫਿਰ ਭਗਤ ਫਰੀਦ ਜੀ ਨੇ ਪੁੱਛਿਆ ਕਿ ਤੂੰ ਪਾਣੀ ਦੇ ਘੜੇ ਭਰ ਕੇ ਡੋਲੀ ਕਿਉਂ ਜਾ ਰਹੀ ਹੈ? ਤਾਂ ਉਸਨੇ ਕਿਹਾ ਕਿ ਭਗਤ ਜੀ, ਇੱਥੋਂ 100 ਕੋਹ ਉੱਪਰ ਮੇਰੀ ਭੈਣ ਦੇ ਘਰ ਵਿੱਚ ਅੱਗ ਲੱਗੀ ਹੋਈ ਹੈ। ਮੈਂ ਉਹ ਅੱਗ ਇਸ ਪਾਣੀ ਨਾਲ ਬੁਝਾ ਰਹੀ ਹਾਂ। ਜਦੋਂ ਅੱਗ ਬੁਝ ਜਾਏਗੀ ਤਦੋਂ ਹੀ ਤੁਹਾਨੂੰ ਪਾਣੀ ਪਿਲਾਵਾਂਗੀ। ਉਸ ਪਤੀਬ੍ਰਤਾ ਇਸਤਰੀ ਦੀ ਗੱਲ ਸੁਣ ਕੇ ਭਗਤ ਜੀ ਨੇ ਕਿਹਾ ਕਿ ਤੂੰ ਮੈਨੂੰ ਉਪਦੇਸ਼ ਦੇਣਾ ਕਰ। ਉਸ ਬੀਬੀ ਨੇ ਕਿਹਾ ਕਿ ਭਗਤ ਜੀ, ਤੁਹਾਡੀ ਤਪੱਸਿਆ ਬਹੁਤ ਹੈ, ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਸਕਦੀ। ਇੱਥੋਂ ਅੱਗੇ ਇੱਕ ਰਾਜਾ ਜਾ ਰਿਹਾ ਹੈ, ਉਸ ਰਾਜੇ ਕੋਲੋਂ ਤੁਸੀਂ ਉਪਦੇਸ਼ ਲੈ ਲਵੋ। ਭਗਤ ਫਰੀਦ ਜੀ ਉਸ ਬੀਬੀ ਨੂੰ ਨਮਸਕਾਰ ਕਰਕੇ ਉਸ ਰਾਜੇ ਵੱਲ ਚੱਲ ਪਏ। ਅੱਗੇ ਰਾਜਾ ਦਰਿਆ ਤੋਂ ਪਾਰ ਸ਼ਿਕਾਰ ਖੇਡ ਰਿਹਾ ਸੀ। ਭਗਤ ਜੀ ਇੱਕ ਤੋਲੇ ਉੱਪਰ ਬੈਠ ਕੇ ਰਾਜੇ ਵੱਲ ਜਾ ਰਹੇ ਸਨ। ਸਾਧ ਸੰਗਤ ਜੀ, ਤੋਲਾ ਇੱਕ ਤਰਾਜ਼ੂ ਦੀ ਸ਼ਕਲ ਵਰਗਾ ਹੁੰਦਾ ਹੈ, ਜਿਸ ਉੱਪਰ ਬੈਠ ਕੇ ਆਪਾਂ ਨਦੀ ਜਾਂ ਦਰਿਆ ਨੂੰ ਪਾਰ ਕਰ ਸਕਦੇ ਹਾਂ। ਸੋ ਭਗਤ ਜੀ ਇੱਕ ਤੋਲੇ ਉੱਪਰ ਬੈਠ ਕੇ ਰਾਜੇ ਵੱਲ ਜਾ ਰਹੇ ਸਨ। ਉਧਰੋਂ ਰਾਜੇ ਨੇ ਸ਼ਕਤੀ ਨਾਲ ਫਰੀਦ ਜੀ ਦਾ ਤੁਲਾ ਦਰਿਆ ਦੇ ਵਿੱਚ ਹੀ ਰੋਕ ਦਿੱਤਾ। ਭਗਤ ਜੀ ਨੇ ਕਿਹਾ ਕਿ ਜਿਸ ਨੇ ਮੇਰਾ ਤੁਲਾ ਰੋਕਿਆ ਹੈ, ਉਸ ਦੇ ਸਿਰ ਉੱਪਰ ਸਿੰਘ ਹੋ ਜਾਣ। ਜੈਸੇ ਹੀ ਭਗਤ ਫਰੀਦ ਜੀ ਨੇ ਬਚਨ ਕਹੇ, ਰਾਜੇ ਦੇ ਸਿਰ ਉੱਪਰ ਸਿੰਘ ਉੱਗ ਪਏ। ਰਾਜੇ ਨੇ ਹੈਰਾਨ ਹੋ ਕੇ ਸੋਚਿਆ ਕਿ ਲੱਗਦਾ ਇਹ ਬਹੁਤ ਤਪਸਵੀ ਮਹਾਤਮਾ ਹੈ। ਉਸਨੇ ਸ਼ਕਤੀ ਨਾਲ ਤੁਲਾ ਤੋੜ ਦਿੱਤਾ। ਉਦੋਂ ਫਰੀਦ ਜੀ ਨੇ ਕਿਹਾ ਕਿ ਜਿਸ ਦੇ ਉੱਪਰ ਸਿੰਘ ਉੱਗੇ ਸਨ ਉਹ ਹਟ ਜਾਣ। ਉਸੇ ਵੇਲੇ ਰਾਜੇ ਦੇ ਸਿਰ ਉੱਪਰੋਂ ਸਿੰਘ ਹਟ ਗਏ। ਫਿਰ ਫਰੀਦ ਜੀ ਰਾਜੇ ਨੂੰ ਜਾ ਕੇ ਮਿਲੇ ਅਤੇ ਉਪਦੇਸ਼ ਲਈ ਯਾਚਨਾ ਕੀਤੀ। ਫਰੀਦ ਜੀ ਦੇ ਬਚਨ ਸੁਣ ਕੇ ਉਸ ਰਾਜੇ ਨੇ ਕਿਹਾ ਕਿ ਭਗਤ ਜੀ, ਤੁਹਾਡੀ ਤਪੱਸਿਆ ਬਹੁਤ ਹੈ, ਮੈਂ ਤੁਹਾਨੂੰ ਉਪਦੇਸ਼ ਨਹੀਂ ਦੇ ਸਕਦਾ। ਇੱਥੋਂ ਅੱਗੇ ਪਾਕਪਟਨ ਵਿੱਚ ਇੱਕ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਨਾਮੇ ਫਕੀਰ ਰਹਿੰਦਾ ਹੈ। ਤੁਸੀਂ ਉਸ ਕੋਲੋਂ ਜਾ ਕੇ ਉਪਦੇਸ਼ ਲੈਣਾ ਕਰੋ। ਜਦੋਂ ਭਗਤ ਜੀ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਜੀ ਕੋਲ ਜਾਣ ਲੱਗੇ, ਤਦੋਂ ਵੈਰਾਗ ਦੇ ਵਿੱਚ ਭਗਤ ਫਰੀਦ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਵਲ ਹੋਈ 100 ਸੋਹ ਲੋਰੋ। ਬੜੀ ਦੁਖੀ ਹੋ ਕੇ, ਬੜੀ ਤੜਫ ਕੇ ਮੈਂ ਹੁਣ ਹੱਥ ਮਲ ਰਹੀ ਹਾਂ।
ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਇੱਕ ਵਾਰ ਭਗਤ ਫਰੀਦ ਜੀ ਕਿਸੇ ਦਰਿਆ ਦੇ ਕਿਨਾਰੇ ਬੈਠੇ ਹੋਏ ਤਪੱਸਿਆ ਕਰ ਰਹੇ ਸਨ। ਉਸ ਸਮੇਂ ਦਰਿਆ ਵਿੱਚ ਕੁਝ ਆਦਮੀਆਂ ਦੀ ਭਰੀ ਹੋਈ ਬੇੜੀ ਜਾ ਰਹੀ ਸੀ। ਉਹ ਅਚਾਨਕ ਡੁੱਬ ਗਈ, ਜਿਸ ਵਿੱਚੋਂ ਕੁਝ ਆਦਮੀ ਮਰ ਗਏ। ਇੱਕ ਮਾਈ ਦਾ ਬੱਚਾ ਮਰਿਆ ਹੋਇਆ ਦਰਿਆ ਦੇ ਕਿਨਾਰੇ ਜਾ ਲੱਗਾ। ਉਹ ਮਾਈ ਆਪ ਤਾਂ ਬਚ ਗਈ ਤੇ ਉਸਨੇ ਭਗਤ ਫਰੀਦ ਜੀ ਨੂੰ ਤਪੱਸਿਆ ਕਰਦੇ ਵੇਖਿਆ ਤੇ ਉਹ ਆਪਣਾ ਬੱਚਾ ਚੁੱਕ ਕੇ ਭਗਤ ਜੀ ਦੇ ਪਾਸ ਆ ਗਈ। ਉਸਨੇ ਰੋ ਰੋ ਕੇ ਬੇਨਤੀ ਕੀਤੀ ਕਿ ਭਗਤ ਜੀ, ਮੇਰਾ ਇਕੱਲਾ ਇਕੱਲਾ ਪੁੱਤਰ ਮਰ ਗਿਆ ਹੈ। ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੋ, ਕਿਰਪਾ ਕਰਕੇ ਮੇਰਾ ਪੁੱਤਰ ਜਿਉਂਦਾ ਕਰ ਦਿਓ। ਭਗਤ ਫਰੀਦ ਜੀ ਨੇ ਤਰਸ ਕਰਕੇ ਪਰਮੇਸ਼ਰ ਅੱਗੇ ਦੁਆ ਕੀਤੀ ਤਾਂ ਅੱਗੋਂ ਆਕਾਸ਼ਬਾਣੀ ਹੋਈ ਕਿ ਭਗਤ ਜੀ, ਤੁਹਾਡੀ ਤਪੱਸਿਆ ਦੇ ਪ੍ਰਤਾਪ ਕਰਕੇ ਇਹ ਬੱਚਾ ਤਾਂ ਜਿਉਂਦਾ ਹੋ ਜਾਏਗਾ, ਪਰ ਜਿਸ ਵਾਸਤੇ ਤੁਸੀਂ ਤਪੱਸਿਆ ਕਰ ਰਹੇ ਹੋ ਉਸ ਵਿੱਚ ਵਿਘਨ ਪੈ ਜਾਏਗਾ, ਭਾਵ ਮੇਰੇ ਦਰਸ਼ਨਾਂ ਵਿੱਚ ਦੇਰ ਲੱਗ ਜਾਏਗੀ। ਭਗਤ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਇਹ ਬੱਚਾ ਜਿਉਂਦਾ ਕਰੋ, ਹੋਰ ਜਿਤਨੀ ਤਪੱਸਿਆ ਤੁਸੀਂ ਕਰਾਓਗੇ ਮੈਂ ਕਰੀ ਜਾਵਾਂਗਾ। ਉਸ ਵੇਲੇ ਉਹ ਬੱਚਾ ਜਿਉਂਦਾ ਹੋ ਗਿਆ। ਉਸ ਮਾਈ ਨੇ ਆਪਣਾ ਬੱਚਾ ਚੁੱਕਿਆ ਤੇ ਭਗਤ ਜੀ ਦਾ ਬਹੁਤ ਧੰਨਵਾਦ ਕੀਤਾ। ਫਿਰ ਜਿਨ੍ਹਾਂ ਦੇ ਪਰਿਵਾਰ ਵਾਲੇ ਦਰਿਆ ਵਿੱਚ ਰੁੜ ਗਏ ਸਨ, ਉਹਨਾਂ ਕੋਲ ਜਾ ਕੇ ਕਹਿਣ ਲੱਗੀ ਕਿ ਮੇਰਾ ਬੱਚਾ ਭਗਤ ਫਰੀਦ ਜੀ ਨੇ ਜਿਉਂਦਾ ਕਰ ਦਿੱਤਾ ਹੈ। ਇਹ ਸੁਣ ਕੇ ਉਹ ਬਾਕੀ ਲੋਕ ਵੀ ਆਪਣੇ ਡੁੱਬੇ ਹੋਏ ਸੰਬੰਧੀ ਜਿਹੜੇ ਕਿਨਾਰੇ ਜਾ ਲੱਗੇ ਸਨ, ਉਹਨਾਂ ਨੂੰ ਲੱਭ ਕੇ ਭਗਤ ਜੀ ਦੇ ਪਾਸ ਲਿਆਏ ਤਾਂ ਭਗਤ ਜੀ ਨੇ ਉਹ ਵੀ ਸਾਰੇ ਜਿਉਂਦੇ ਕਰ ਦਿੱਤੇ ਸਨ। ਇਸ ਕਰਾਮਾਤ ਦਿਖਾਉਣ ਕਰਕੇ ਭਗਤ ਜੀ ਨੂੰ ਅੱਲਾ ਦੇ ਦਰਸ਼ਨ ਲਈ ਬਹੁਤ ਘਾਲਣਾ ਕਰਨੀ ਪੈ ਰਹੀ ਸੀ। ਉਸੇ ਭਾਵ ਨੂੰ ਲੈ ਕੇ ਭਗਤ ਜੀ ਅੱਗੋਂ ਕਥਨ ਕਰਦੇ ਹਨ ਕਿ ਤੈਂ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ। ਹੇ ਖਸਮ ਪ੍ਰਭੂ, ਤਾਈਏ ਤੋਂ ਆਪਣੇ ਮਨ ਵਿੱਚ ਮੇਰੇ ਨਾਲ ਰੋਸਾ ਕੀਤਾ ਹੈ। ਤੇਰਾ ਕੋਈ ਦੋਸ਼ ਮੇਰੀ ਇਸ ਭੈੜੀ ਹਾਲਤ ਬਾਰੇ ਨਹੀਂ ਹੈ, ਮੇਰੇ ਵਿੱਚ ਹੀ ਔਗਣ ਸਨ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ, ਜੋਬਨ ਖੋਏ ਪਾਛੇ ਪਛਤਾਨੀ। ਹੇ ਮੇਰੇ ਮਾਲਕ, ਮੈਂ ਤੇਰੀ ਕਦਰ ਨਹੀਂ ਜਾਣੀ। ਜਵਾਨੀ ਦਾ ਵੇਲਾ ਗਵਾ ਕੇ ਹੁਣ ਪਿੱਛੋਂ ਮੈਂ ਪਛਤਾਪ ਕਰ ਰਹੀ ਹਾਂ। ਇਸ ਪ੍ਰਕਾਰ ਭਗਤ ਜੀ ਵੈਰਾਗ ਦੇ ਬਚਨ ਕਰਦੇ ਹੋਏ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਜੀ ਦੇ ਕੋਲ ਪਹੁੰਚ ਗਏ। ਭਗਤ ਫਰੀਦ ਜੀ ਦਾ ਭੁੱਖੇ ਰਹਿਣ ਤੇ ਕਰੜੀ ਤਪੱਸਿਆ ਕਰਕੇ ਰੰਗ ਵੀ ਕਾਲਾ ਜਿਹਾ ਹੋ ਗਿਆ ਸੀ। ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਜੀ ਨੇ ਭਗਤ ਜੀ ਵੱਲ ਦੇਖ ਕੇ ਸੋਚਿਆ ਕਿ ਇਹ ਅੱਲਾ ਦੀ ਪ੍ਰਾਪਤੀ ਲਈ ਬਹੁਤੀ ਤਪੱਸਿਆ ਵਾਲਾ ਅਧਿਕਾਰੀ ਪੁਰਸ਼ ਹੈ, ਪਰ ਅਜੇ ਇਸ ਨੂੰ ਅੱਲਾ ਦੀ ਪ੍ਰਾਪਤੀ ਨਹੀਂ ਹੋਈ। ਉਦੋਂ ਖਵਾਜਾ ਕੁਤਬੁਦੀਨ ਬਖਤਿਆਰ ਕਾਕੀ ਜੀ ਨੇ ਅਨੁਕਤੀ ਅਲੰਕਾਰ, ਇਸ ਦਾ ਮਤਲਬ ਹੈ ਕਿ ਕਹਿਣਾ ਧੀ ਨੂੰ ਤੇ ਸਿੱਖਿਆ ਨੂੰਹ ਨੂੰ ਸਮਝਾਉਣੀ, ਇਸ ਦੁਆਰਾ ਕੋਇਲ ਨੂੰ ਸੰਬੋਧਨ ਕਰਦਿਆਂ ਜੋ ਸ਼ੇਖ ਫਰੀਦ ਜੀ ਨੂੰ ਕਿਹਾ, ਉਸ ਨੂੰ ਭਗਤ ਜੀ ਆਪਣੀ ਬਾਣੀ ਦੁਆਰਾ ਅੱਗੇ ਕਥਨ ਕਰਦੇ ਹਨ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ। ਭਾਵ, ਹੇ ਕਾਲੇ ਰੰਗ ਦੀ ਕੋਇਲ, ਤੂੰ ਕਿਹੜੇ ਗੁਣਾ ਕਰਕੇ ਕਾਲੀ ਹੋ ਗਈ ਹੈ। ਭਾਵ, ਹੇ ਕਾਲੇ ਰੰਗ ਦੇ ਪੁਰਸ਼ਾ, ਤੂੰ ਕਿਹੜੇ ਗੁਣਾ ਕਰਕੇ ਕਾਲਾ ਹੋ ਗਿਆ ਹੈ। ਤਦੋਂ ਫਰੀਦ ਜੀ ਨੇ ਸੋਚਿਆ ਕਿ ਕੋਇਲ ਨੂੰ ਤਾਂ ਇਸ ਫਰੀਦ ਨੇ ਕੀ ਕਹਿਣਾ ਸੀ, ਕਿਉਂਕਿ ਕੋਇਲ ਤਾਂ ਜੰਮਦੀ ਹੀ ਕਾਲੀ ਹੁੰਦੀ ਹੈ। ਇਹ ਤਾਂ ਮੈਨੂੰ ਹੀ ਕਹਿ ਰਿਹਾ ਹੈ। ਸ਼ੇਖ ਫਰੀਦ ਜੀ ਨੇ ਅੱਗੋਂ ਉੱਤਰ ਦਿੱਤਾ ਕਿ ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ, ਕਿ ਆਪਣੇ ਪ੍ਰੀਤਮ ਦੇ ਵਿਛੋੜੇ ਕਰਕੇ ਪ੍ਰੇਮ ਵਿੱਚ ਮੈਂ ਸੜੀ ਹੋਈ ਹਾਂ। ਭਾਵ, ਦਰਸ਼ਨਾਂ ਦੀ ਇੱਛਾ ਵਿੱਚ ਵਿਛੋੜੇ ਕਾਰਨ ਮੇਰਾ ਰੰਗ ਕਾਲਾ ਹੋ ਗਿਆ ਹੈ। ਪਿਰਹਿ ਬਿਹੋਨ ਕਤਹਿ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਠੀਕ ਹੈ, ਖਸਮ ਤੋਂ ਵਿਛੜ ਕੇ ਕਿੱਥੇ ਕੋਈ ਸੁਖ ਪਾ ਸਕਦੀ ਹੈ, ਪਰ ਜੀਵ ਇਸਤਰੀ ਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਤਾਂ ਆਪ ਹੀ ਮਿਲਾ ਲੈਂਦਾ ਹੈ। ਵਿਧਣ ਖੂਹੀ ਮੁੰਦੀ ਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ
ਤਾਂ ਮੇਰਾ ਅੱਲੋ ਬੇਲੀ। ਇਸ ਜਗਤ ਰੂਪ ਡਰਾਉਣੀ ਖੂਹੀ ਵਿੱਚ ਮੈਂ ਜੀਵ ਇਸਤਰੀ ਇਕੱਲੀ ਡਿੱਗੀ ਪਈ ਸਾਂ। ਇੱਥੇ ਕੋਈ ਮੇਰਾ ਸਾਥੀ ਨਹੀਂ, ਮੇਰੇ ਦੁੱਖਾਂ ਵਿੱਚ ਕੋਈ ਮੇਰਾ ਮਦਦਗਾਰ ਨਹੀਂ ਹੈ। ਹੁਣ ਜਦੋਂ ਪ੍ਰਭੂ ਨੇ ਮਿਹਰ ਕਰਕੇ ਮੈਨੂੰ ਸਤਸੰਗ ਵਿੱਚ ਮਿਲਾਇਆ ਹੈ, ਸਤਸੰਗ ਵਿੱਚ ਆ ਕੇ ਜਦੋਂ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਰੱਬ ਬੇਲੀ ਦਿਸ ਰਿਹਾ ਹੈ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ। ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਸਾਡਾ ਇਹ ਜੀਵਨ ਪੰਧ ਬੜਾ ਭਿਆਨਕ ਹੈ, ਖੰਡੇ ਨਾਲੋਂ ਤਿੱਖਾ ਹੈ, ਬੜੀ ਤੇਜ਼ ਧਾਰ ਵਾਲਾ ਹੈ। ਇਸ ਦੇ ਉੱਤੋਂ ਦੀ ਅਸਾਂ ਲੰਘਣਾ ਹੈ। ਇਸ ਵਾਸਤੇ ਹੇ ਫਰੀਦ ਸਵੇਰੇ ਸਵੇਰੇ ਰਸਤਾ ਸੰਭਾਲ। ਹੇ ਸ਼ੇਖ ਫਰੀਦ ਜੀ, ਤੈਨੂੰ ਵੀ ਮਨੁੱਖਾ ਜਨਮ ਦਾ ਸਵੇਰਾ ਚੰਗਾ ਸਮਾਂ ਪ੍ਰਾਪਤ ਹੋਇਆ ਹੈ। ਇਸ ਲਈ ਐਸੇ ਰਸਤੇ ਨੂੰ ਸੰਭਾਲਣਾ ਕਰ। ਪਰਮੇਸ਼ਰ ਦੀ ਭਗਤੀ ਸਹਿਤ ਗਿਆਨ ਦਾ ਮਾਰਗ ਸੰਭਾਲਣਾ ਕਰ ਤੇ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਮੁਕਤੀ ਦੇ ਰਸਤੇ ਪਰਮੇਸ਼ਰ ਦੇ ਸਿਮਰਨ ਭਜਨ ਨੂੰ ਸੰਭਾਲਣਾ ਕਰ। ਹੇ ਮਹਾਰਾਜ ਜੀ, ਮੈਂ ਕਿਸ ਪ੍ਰਕਾਰ ਸੰਭਾਲਣਾ ਕਰਾਂ? ਤਾਂ ਅੱਗੋਂ ਉੱਤਰ ਦਿੰਦੇ ਹਨ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਹੋ ਤਿੱਖੀ ਬਹੁਤ ਪਈਣੀ। ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਸਾਡੀ ਭਾਵ ਭਗਤੀ ਵਾਲੀ ਵਾਟ ਦੁਨੀਆ ਤੋਂ ਅੰਤਿਅੰਤ ਹੀ ਉਦਾਸੀਨ ਰੱਖਣ ਵਾਲੀ ਹੈ ਤੇ ਪਰਮੇਸ਼ਰ ਦੀ ਉਡੀਕ ਲਾਉਣ ਵਾਲੀ ਹੈ। ਇਸ ਭਾਵ ਭਗਤੀ ਦੀ ਵਾਟ ਖੰਡੇ ਨਾਲੋਂ ਵੀ ਤਿੱਖੀ ਹੈ। ਭਾਵ ਮਾਣ, ਮੋਹ, ਮੇਰ, ਤੇਰ ਆਦਿ ਤਿਆਗਣੀ ਪੈਂਦੀ ਹੈ ਅਤੇ ਬਹੁਤ ਬਰੀਕ ਹੈ। ਭਾਵ ਦੇਹ ਅਭਿਮਾਨ ਵੱਲੋਂ ਰਹਿਤ ਹੋ ਕੇ ਸੂਖਮ ਬਿਰਤੀ ਬ੍ਰਹਮਾਕਾਰ ਕਰਨੀ ਪੈਂਦੀ ਹੈ। ਉਹ ਸੰਸਾਰ ਤੋਂ ਉੱਪਰ ਹੋ ਕੇ ਸਾਡਾ ਭਗਤੀ ਦੇ ਸਹਿਤ ਗਿਆਨ ਦਾ ਰਸਤਾ ਹੈ। ਹੇ ਸ਼ੇਖ ਫਰੀਦ ਜੀ, ਤੂੰ ਵੀ ਇਹ ਭਗਤੀ ਸਹਿਤ ਗਿਆਨ ਦੇ ਰਸਤੇ ਨੂੰ ਸ਼ੀਘਰ ਹੀ ਸੰਭਾਲਣਾ ਕਰ ਤੇ ਇਸ ਰਸਤੇ ਨੂੰ ਸੰਭਾਲ ਕੇ ਚੱਲ ਅਤੇ ਆਪਣੇ ਜੀਵਨ ਨੂੰ ਸੰਵਾਰ ਲੈਣਾ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।